ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਫੋਨ ਨੰਬਰ 9163209444। ਪੇਸ਼ ਨੇ ਚੋਣਵੀਆਂ ਖਬਰਾਂ। ਅਮਰੀਕੀ ਦੂਤਘਰ ਨੇ ਸ਼ੁਰੂ ਕੀਤਾ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ। ਭਾਰਤੀਆਂ ਨੇ ਦਿੱਤੀ ਇਹ ਪ੍ਰਤੀਕਿਰਿਆ। ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਨਾਂ ਸੰਬੰਧੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਮਤਾ ਪਾਸ। ਆਸਟ੍ਰੇਲੀਆਈ ਮਾਈਗ੍ਰੇਸ਼ਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਦੀ ਯੋਜਨਾ, ਹੁਨਰਮੰਦਾਂ ਨੂੰ ਹੋਵੇਗਾ ਫਾਇਦਾ। ਰੂਸ ਦੀ ਚੇਤਾਵਨੀ, ਯੂਕਰੇਨ ਵਿੱਚ ਅਗਲਾ ਨਿਸ਼ਾਨਾ ਹੋ ਸਕਦੀਆਂ ਨੇ ਅਮਰੀਕੀ ਰੱਖਿਆ ਪ੍ਰਣਾਲੀਆਂ। ਭਾਰਤੀ ਅਮਰੀਕੀ ਨੇ US ਸਿਟੀ ਕੌਂਸਲ ਸੀਟ 1 ਵੋਟ ਨਾਲ ਜਿੱਤੀ। ਮਾਂ ਦੀ ਕੁੱਖ ਦੀ ਬਜਾਏ ਹੁਣ ਫੈਕਟਰੀ ਵਿੱਚ ਪੈਦਾ ਹੋਣਗੇ ਬੱਚੇ, ਮਨਮਰਜ਼ੀ ਨਾਲ ਤੈਅ ਕਰ ਸਕੋਗੇ ਸਰੀਰਕ ਬਨਾਵਟ। ਇਸ ਸਾਲ 29 ਦੇਸ਼ਾਂ ਵਿੱਚ ਮਾਰੇ ਗਏ 115 ਮੀਡੀਆ ਕਰਮੀ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ H ਅਤੇ L ਵੀਜ਼ਿਆਂ ਲਈ ਅਪਲਾਈ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਫਿਰ ਵੀ ਅਮਰੀਕਾ ਦੇ ਵੀਜ਼ਿਆਂ ਲਈ ਕਤਾਰ ਵਿੱਚ ਖੜੇ ਭਾਰਤੀਆਂ ਵਿੱਚ ਨਾਰਾਜ਼ਗੀ ਹੈ। ਪ੍ਰੋਗਰਾਮ ਦੇ ਪਹਿਲੇ ਦਿਨ ਮੰਗਲਵਾਰ ਨੂੰ ਐਮਬੈਸੀ ਦੁਆਰਾ ਸ਼ੇਅਰ ਕੀਤੀ ਗਈ ਇੱਕ ਵੀਡੀਓ ਕਲਿੱਪ ਵਿੱਚ ਕਿਹਾ ਗਿਆ ਕਿ H ਅਤੇ L ਵੀਜ਼ਾ ਅਰਜ਼ੀਆਂ ਵਿੱਚ 17% ਵਾਧਾ ਹੋਇਆ ਹੈ ਅਤੇ ਇਸ ਦੇ ਲਈ ਉਡੀਕ ਸਮਾਂ ਘਟਾਇਆ ਗਿਆ ਹੈ। ਟਵਿੱਟਰ ਤੇ ਸ਼ੇਅਰ ਕੀਤੀ ਗਈ ਵੀਡੀਓ ਕਲਿੱਪ ਵਿੱਚ ਕਿਹਾ ਗਿਆ ਕਿ ਇਹ ਹਜ਼ਾਰਾਂ ਕਾਮੇ ਅਤੇ ਪਰਿਵਾਰ ਹਨ ਜੋ ਅਮਰੀਕਾ ਵਿੱਚ ਦੁਬਾਰਾ ਇਕੱਠੇ ਹੋਣ ਜਾਂ ਕੰਮ ਸ਼ੁਰੂ ਕਰਨ ਦੇ ਯੋਗ ਹੋਏ ਹਨ। ਫਿਰ ਵੀ ਘੋਸ਼ਣਾ ਨੇ ਬਹੁਤ ਸਾਰੇ ਭਾਰਤੀਆਂ ਨੂੰ ਨਾਰਾਜ਼ ਕਰ ਦਿੱਤਾ ਜੋ ਅਮਰੀਕਾ ਦੀ ਯਾਤਰਾ ਕਰਨ ਲਈ ਵੀਜ਼ਾ ਇੰਟਰਵਿਊ ਲੈਣ ਵਿੱਚ ਲੰਬੇ ਸਮੇਂ ਤੋਂ ਦੇਰੀ ਦਾ ਸਾਹਮਣਾ ਕਰ ਰਹੇ ਨੇ। ਇੱਕ ਪ੍ਰਬੰਧਨ ਸਲਾਹਕਾਰ ਗੁੰਜਨ ਬਾਗਲਾ ਨੇ ਦੂਤਘਰ ਦੀ ਘੋਸ਼ਣਾ ਦੇ ਜਵਾਬ ਵਿੱਚ ਟਵੀਟ ਕੀਤਾ ਕਿ ਹਾਲਾਂਕਿ ਮੈਨੂੰ 12 ਦਿਨਾਂ ਦਾ ਵਿਚਾਰ ਪਸੰਦ ਹੈ, ਪਰ ਮੁਲਾਕਾਤਾਂ ਪ੍ਰਾਪਤ ਕਰਨ ਵਿੱਚ ਲੰਮੀ ਦੇਰੀ ਕਾਰਨ ਬਹੁਤ ਸਾਰਾ ਕਾਰੋਬਾਰ ਅਤੇ ਸੈਰ ਸਪਾਟਾ ਬੈਕਲੌਗ ਹੋ ਗਿਆ ਹੈ। ਭਾਰਤੀਆਂ ਨੂੰ ਅਮਰੀਕਾ ਦਾ ਵੀਜ਼ਾ ਮਿਲਣ ਦੇ ਮੁਕਾਬਲੇ ਅਮਰੀਕੀਆਂ ਲਈ ਭਾਰਤੀ ਵੀਜ਼ਾ ਪ੍ਰਾਪਤ ਕਰਨਾ ਹੁਣ ਬਹੁਤ ਸੌਖਾ ਅਤੇ ਤੇਜ਼ ਹੋ ਗਿਆ ਹੈ। ਭਾਰਤ ਵਿੱਚ ਵੀਜ਼ਾ ਮੁਲਾਕਾਤਾਂ ਲਈ ਉਡੀਕ ਦਾ ਸਮਾਂ ਵਰਤਮਾਨ ਵਿੱਚ 1000 ਦਿਨਾਂ ਤੋਂ ਵੱਧ ਹੈ। ਵਾਈਟ ਹਾਊਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪ੍ਰਸ਼ਾਸਨ ਲੰਮੀ ਦੇਰੀ ਤੋਂ ਜਾਣੂ ਹੈ ਅਤੇ ਇਹਨਾਂ ਵੀਜ਼ਾ ਸੇਵਾਵਾਂ ਦੀ ਮਹੱਤਵਪੂਰਨ ਮੰਗ ਦਾ ਜਵਾਬ ਦੇਣ ਲਈ ਕੰਮ ਕਰ ਰਿਹਾ ਹੈ। ਕਾਜਲ ਅਰੋੜਾ ਨੇ ਟਵਿੱਟਰ ਤੇ ਅਮਰੀਕੀ ਦੂਤਘਰ ਨੂੰ ਲਿਖਿਆ ਕਿ ਤੁਸੀਂ ਲੋਕ ਸਿਰਫ F1, H, L, B ਸ਼੍ਰੇਣੀਆਂ ਦੀ ਪਰਵਾਹ ਕਰਦੇ ਹੋ, ਸਾਡੇ ਬਾਰੇ ਕੀ? ਇਸੇ ਦੱਸ ਦਈਏ ਕਿ H ਅਤੇ L ਵਿੱਚੋਂ H1B ਅਤੇ L1 ਅਮਰੀਕਾ ਵਿੱਚ ਸਭ ਤੋਂ ਪ੍ਰਸਿੱਧ ਗੈਰ ਪ੍ਰਵਾਸੀ ਵਰਕ ਵੀਜ਼ਿਆਂ ਵਿੱਚੋਂ ਇੱਕ ਨੇ। ਦੂਤਘਰ ਨੇ ਇਹ ਵੀ ਦੱਸਿਆ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ ਉਸ ਨੇ ਪਹਿਲਾਂ ਹੀ 1,60,000 ਤੋਂ ਵੱਧ H ਅਤੇ L ਵੀਜ਼ਿਆਂ ਦੀ ਪ੍ਰਕਿਰਿਆ ਕੀਤੀ ਹੈ। US ਸਟੇਟ ਡਿਪਾਰਟਮੈਂਟ ਨੇ ਨਵੰਬਰ ਵਿੱਚ ਕਿਹਾ ਸੀ ਕਿ B1, B2 ਉਮੀਦਵਾਰਾਂ ਦੀ ਇੰਟਰਵਿਊ ਲਈ ਉਡੀਕ ਦੀ ਮਿਆਦ ਮੁੰਬਈ ਵਿੱਚ 999 ਦਿਨ, ਹੈਦਰਾਬਾਦ ਵਿੱਚ 994 ਦਿਨ, ਦਿੱਲੀ ਵਿੱਚ 961 ਦਿਨ, ਚੇਨਈ ਵਿੱਚ 944 ਦਿਨ ਅਤੇ ਕੋਲਕਾਤਾ ਵਿੱਚ 904 ਦਿਨ ਹੈ। ਅਮਰੀਕਾ ਦੇ ਦੂਤਘਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਵਾਸ਼ਿੰਗਟਨ ਲਈ ਪਹਿਲੀ ਤਰਜੀਹ ਹੈ। ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਨਾਂ ਚਲਾਉਣ ਸੰਬੰਧੀ ਇੱਕ ਮਤਾ ਬੀਤੇ ਦਿਨ ਕੈਨੇਡਾ ਦੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਅੱਜ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਹੈ। ਇਹ ਮਤਾ ਵਾਰਡ ਨੰਬਰ 9 ਅਤੇ 10 ਤੋਂ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਲਿਆਂਦਾ ਗਿਆ ਸੀ। ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਬਰੈਂਪਟਨ ਸਿਟੀ ਕੈਨੇਡੀਅਨ ਫੈਡਰਲ ਸਰਕਾਰ ਸੰਬੰਧਤ 에ਅਰਲਾਈਨਸ ਨੂੰ ਬੇਨਤੀ ਕਰੇਗੀ ਕਿ ਉਹ ਪੰਜਾਬ ਨੂੰ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਲਈ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਨ। ਦੱਸਣਯੋਗ ਹੈ ਕਿ ਬਰੈਂਪਟਨ ਦੇ ਕੁਝ ਮੈਂਬਰ ਪਾਰਲੀਮੈਂਟ ਇਹਨਾਂ ਉਡਾਨਾਂ ਦੇ ਰਾਹ ਵਿੱਚ ਭਾਰਤ ਸਰਕਾਰ ਨੂੰ ਰੋੜਾ ਦੱਸ ਰਹੇ ਨੇ। ਇਸ ਮੌਕੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਮੀਡੀਆਕਾਰ ਅਤੇ ਸੋਸ਼ਲ ਵਰਕਰ ਵੀ ਇਸ ਸਮੇਂ ਮੌਜੂਦ ਸਨ। ਆਸਟ੍ਰੇਲੀਆਈ ਸਰਕਾਰ ਨੂੰ ਦੇਸ਼ ਦੀ ਪ੍ਰਵਾਸ ਪ੍ਰਣਾਲੀ ਵਿੱਚ ਵਿਆਪਕ ਬਦਲਾਅ ਕਰਨ ਦੀ ਅਪੀਲ ਕੀਤੀ ਗਈ ਹੈ। ਸਮਾਚਾਰ ਏਜੰਸੀ ਸ਼ਿਨਹੁਆ ਦੀ ਰਿਪੋਰਟ ਮੁਤਾਬਿਕ ਮਾਈਗ੍ਰੇਸ਼ਨ ਪ੍ਰਣਾਲੀ ਦੀ ਸੰਸਦੀ ਜਾਂਚ ਵਿੱਚ ਪ੍ਰਮੁੱਖ ਥਿੰਕ ਟੈਂਕ ਗ੍ਰੈਟਨ ਇੰਸਟੀਚਿਊਟ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਵੀਜ਼ਾ ਲੋੜਾਂ ਆਸਟ੍ਰੇਲੀਆ ਨੂੰ ਨੌਜਵਾਨ ਪ੍ਰਤਿਭਾਸ਼ਾਲੀ ਕਾਮਿਆਂ ਲਈ ਘੱਟ ਆਕਰਸ਼ਕ ਬਣਾ ਰਹੀਆਂ ਨੇ। ਇਹ ਉਹਨਾਂ ਪ੍ਰੋਗਰਾਮਾਂ ਨੂੰ ਖਤਮ ਕਰਨ ਦੀ ਸਿਫਾਰਿਸ਼ ਕਰਦਾ ਹੈ ਜੋ ਬਜ਼ੁਰਗ ਪ੍ਰਵਾਸੀਆਂ ਦੇ ਹੱਕ ਵਿੱਚ ਹੁੰਦੇ ਨੇ ਅਤੇ ਨਾਲ ਹੀ ਸਰਕਾਰ ਨੂੰ ਸਭ ਤੋਂ ਉੱਤਮ ਅਤੇ ਪ੍ਰਤਿਭਾਸ਼ਾਲੀ ਨੂੰ ਆਕਰਸ਼ਿਤ ਕਰਨ ਦੀ ਅਪੀਲ ਕਰਦੇ ਨੇ। ਰਿਪੋਰਟ ਦੇ ਅਨੁਸਾਰ ਪਿਛਲੇ ਦਹਾਕੇ ਦੌਰਾਨ ਜਾਰੀ ਕੀਤੇ ਗਏ ਸਥਾਈ ਵੀਜ਼ਿਆਂ ਦਾ ਸਿਰਫ 1/4 ਹਿੱਸਾ ਬਿਨੈਕਾਰਾਂ ਦੇ ਹੁਨਰ ਦਾ ਮੁਲਾਂਕਣ ਕਰਦਾ ਹੈ। ਵੀਜ਼ੇ ਦਾ ਤੀਜਾ ਹਿੱਸਾ ਉਹਨਾਂ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਦਿੱਤਾ
ਦਿੱਤਾ ਗਿਆ। ਇਹ ਹਰ ਸਾਲ 85,000 ਆਸਟ੍ਰੇਲੀਅਨ ਡਾਲਰ $58,000 ਤੋਂ ਵੱਧ ਕਮਾਈ ਕਰਨ ਵਾਲੇ ਅਸਥਾਈ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਅਸਥਾਈ ਤੌਰ ਤੇ ਰਹਿਣ ਦਾ ਸੱਦਾ ਦਿੰਦਾ ਹੈ। ਨਾਲ ਹੀ ਦਲੀਲ ਦਿੰਦਾ ਹੈ ਕਿ ਇਹ ਹੁਨਰਮੰਦ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰੇਗਾ ਅਤੇ ਅਗਲੇ 3 ਦਹਾਕਿਆਂ ਵਿੱਚ ਸਰਕਾਰੀ ਬਜਟ ਨੂੰ 125 ਬਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਵਧਾਏਗਾ। ਸਤੰਬਰ ਵਿੱਚ ਫੈਡਰਲ ਸਰਕਾਰ ਨੇ ਘੋਸ਼ਣਾ ਕੀਤੀ ਕਿ ਉਸਨੇ ਸਾਲਾਨਾ ਉਪਲਬਧ ਸਥਾਈ ਮਾਈਗ੍ਰੇਸ਼ਨ ਵੀਜ਼ਿਆਂ ਦੀ ਗਿਣਤੀ 1,60,000 ਤੋਂ ਵਧਾ ਕੇ 1,95,000 ਕਰ ਦਿੱਤੀ ਹੈ। ਇਹ ਉਮੀਦ ਕਰਦਾ ਹੈ ਕਿ ਮਾਈਗ੍ਰੇਸ਼ਨ 2023 ਦੇ ਅੱਧ ਤੱਕ ਹਰ ਉਮਰ ਦੇ ਦੇਖਭਾਲ ਕੇਂਦਰ ਵਿੱਚ ਹਰ ਸਮੇਂ ਇੱਕ ਰਜਿਸਟਰਡ ਕੇਅਰ ਨਰਸ ਰੱਖਣ ਦੀ ਆਪਣੀ ਵਚਨਬੱਧਤਾ ਵਿੱਚ ਮੁੱਖ ਭੂਮਿਕਾ ਨਿਭਾਏਗਾ। ਹਾਲਾਂਕਿ ਗ੍ਰੇਟਨ ਨੇ ਕਿਹਾ ਕਿ ਪ੍ਰਵਾਸੀਆਂ ਤੇ ਭਰੋਸਾ ਕਰਨ ਨਾਲ ਘੱਟ ਤਨਖਾਹ ਵਾਲੇ ਆਸਟ੍ਰੇਲੀਆਈ ਲੋਕਾਂ ਦੀਆਂ ਤਨਖਾਹਾਂ ਘਟ ਸਕਦੀਆਂ ਨੇ ਅਤੇ ਸ਼ੋਸ਼ਣ ਨੂੰ ਹੋਰ ਵਾਧਾ ਮਿਲ ਸਕਦਾ ਹੈ। रूस के विदेश मंत्रालय ने वीरवार को चेतावनी दी कि जेकर अमरीका यूक्रेन को अति आधुनिक हवाई रक्षा प्रणालियां प्रदान करता है तो वह प्रणालियां उन्होंने चलाने वाले लोग रूसी फौज के निशाने बननगे। इस दौरान यूरोपीयन यूनियन EU ने वीरवार को यूक्रेन खिलाफ अपनी लड़ाई को लैके रूस से नवीं पाबंदियों का ऐलान किया। इन्हां पाबंदियों के वेरवे अजे प्रदान नहीं किए गए ने। 27 देशों के संगठन के राजदूतों विचाले हुई बैठक दौरान कई दिनों की गलबात तो बाद इन्हां पाबंदियों को मंजूरी दी गई। EU कौंसिल की प्रधानगी कर रहे चेक गणराज ने कहा कि लिखते जवाब तो बाद शुक्रवार को रूस ते होर पाबंदियों की पुष्टि की जाएगी। इन्हों फिर एसोसीएशन के कानूनी रिकॉर्डों में प्रकाशित किया जाएगा। यूरोपीयन कमीशन यूरोपीयन यूनियन की कार्यकारी शाखा ने पिछले हफ्ते रूस के यात्रा पाबंदियां लगाने 200 तो वध रूसी अधिकारियों दी जायदादों फ्रीज करने का प्रस्ताव दिता सी। इस दौरान रूसी विदेश मंत्रालय की बुलारन मारिया जखारोव ने कहा कि अमरीका यूक्रेन हथियार मुहैया करवा के अपन फौजा को सिखलाई दे के प्रभावशाली तौर पर युद्ध का एक धिर बन गया। उसने कहा कि जेकर कीव नूं सत्ता तो हवा विच मार करने वाली पेट्रियट मिसाइल प्रणाली प्रदान करने की अमरीका दीयां योजनावां दीयां रिपोर्टां सच साबित होईयां तां यह अमरीका का एक होर उकसाहट वाला कदम होवेगा जो युद्ध विच उसकी शमूलीयत नूं वधा सकदी है अते जिस दे लई उसनूं गंभीर नतीजे भुगतने पै सकदे ने। जखारोव ने कहा कि पैट्रियट समेत यूक्रेन नूं प्रदान की गई कोई भी हथियार प्रणाली अते इस दे बलां नूं दित्ती गई कोई भी सहायता रूसी हथियारबंद बलां लई एक जायज़ तरजीही निशाना रही है अते रहेगी। एक प्रेस कॉन्फ्रेंस में पूछे जाने ते अमरीकी रक्षा विभाग के बुलारे एयर फोर्स जनरल पैट राइडर ने कहा कि रूस दी टिप्पणियां भी निर्धारित नहीं कर सकदियां कि अमरीका यूक्रेन नूं किहड़ी सुरक्षा सहायता प्रदान करेगा। राइडर ने कहा कि अमरीका हर महीने लगभग 500 यूक्रेनी बलों को सिखलाई देने की उम्मीद करता है और जनवरी तो अजिहा करना शुरू कर देगा। अमरीका पहला ही लगभग 3100 यूक्रेनी बलों को सिखलाई दे चुका है। अमरीकी अधिकारियों ने मंगलवार को कहा कि अमरीका यूक्रेन को पैट्रियट मिसाइलों की खेप भेजने को मंजूरी देने की तैयारी कर रहा है। अमरीका ने यूक्रेन के नेतावां द्वारा रूसी हमलों का मुकाबला करने लई होर आधुनिक हथियार प्रदान करने की बेनती से सहमति जताई है। कैलीफोर्निया के सनीवेल विच सिटी कौंसिल चोणां विच एक भारतीय अमरीकी इंजीनियर ने सख्त दौड़ विच सिर्फ एक वोट नाल जित हासिल की। दी मर्करी न्यूज़ मुताबिक मुरली श्रीनिवासन सनीवेल विच चुने गए पहले भारतीय मूल के कौंसिल मैंबर और जिला 3 की नुमाइंदगी करने वाले पहले उम्मीदवार बन गए। जिला 3 की स्थापना 2020 विच की गई सी जदों शहर ने जिला आधारित चोण प्रणाली बदलने लई वोट दी सी अते US मरदमशुमारी के आंकड़ियां के आधार पर 6 जिले बनाए सन। श्रीनिवासन ने जिथे 2813 वोटां मिलियां उत्थे ही उन्हां दे विरोधी जस्टिन वैंग नूं 2812 वोटां नाल दौड़ समाप्त की। श्रीनिवासन ने दी मर्करी न्यूज़ नूं दस्सिया जे तुसीं जिला 5 ਅਤੇ जिला 3 नूं वेखदे हो तां तुसीं लगभग 1100 होर वोटां हासिल कीतियां ने। उन्हां कहा यह यकीनी तौर पर लोकतंत्र और जिला 3 के वोटरां लई एक वड्डी जित है जिसका सिहरा उन्हां नूं जाना चाहिए। उन्हां अगे कहा चोण नतीजों की उड़ीक दिलचस्प और तनावपूर्ण सी। उन्हां अखबार नूं दस्सिया कि वह सनीवेल की स्थानक सरकार के अधीन भारतीय अमरीकी भाईचारे की नुमाइंदगी करन विच मान महसूस कर रहे हैं। कौंसिल मैंबर होने के नाते वो किफायती रिहायशा तक पहुँच की घाट वर्गे मुद्दों को हल करने की उम्मीद करते हैं। वो शहर विच नागरिक जुड़ाव को उत्साहित करने के तरीकों से भी काम करेंगे। श्रीनिवासन जो 3 जनवरी 2023 को कौंसिल की मीटिंग में सौं चुकणगे बेंगलुरु विच वड्डे होए ने। उन्हां दी वैबसाइट के अनुसार श्रीनिवासन अपने अमरीकी सुपने को पूरा करने लई भारत तो अमरीका आए सन। श्रीनिवासन ने स्टैनफोर्ड यूनिवर्सिटी तो वर्जीनिया टैक और इंजीनियरिंग मैनेजमेंट तो कंप्यूटर साइंस विच मास्टर्स की है।
ਪਾਕਿਸਤਾਨ ਵਿੱਚ ਇਸ ਸਾਲ ਆਏ ਭਿਆਨਕ ਹੜ੍ਹ ਦੇ ਬਾਅਦ ਵੀ ਉਸ ਦੀ ਆਰਥਿਕ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਹਾਲਾਤ ਇੰਨੇ ਮਾੜੇ ਹੋ ਗਏ ਨੇ ਕਿ ਹੁਣ ਇਸ ਦੇ ਡਿਪਲੋਮੈਟ ਜਾਇਦਾਦ ਵੇਚਣ ਲਈ ਮਜਬੂਰ ਨੇ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਸਥਿਤ ਕੀਮਤੀ ਕੂਟਨੀਤਿਕ ਜਾਇਦਾਦ ਨੂੰ ਵੇਚਣ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤੇ ਗਏ ਨੇ। ਦੱਸ ਦਈਏ ਕਿ ਇਸ ਇਮਾਰਤ ਦੀ ਕੀਮਤ 5 ਤੋਂ 6 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਦੂਤ ਘਰ ਦੀ ਪੁਰਾਣੀ ਜਾਂ ਨਵੀਂ ਇਮਾਰਤ ਵਿਕਣ ਯੋਗ ਨਹੀਂ ਹੈ। ARY ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਵਾਸ਼ਿੰਗਟਨ ਸਥਿਤ ਪਾਕਿਸਤਾਨੀ ਦੂਤ ਘਰ ਨੂੰ ਆਪਣੀ ਪੁਰਾਣੀ ਇਮਾਰਤ ਵੇਚਣ ਲਈ ਵਿਦੇਸ਼ ਦਫ਼ਤਰ ਤੋਂ ਮਨਜ਼ੂਰੀ ਮਿਲ ਗਈ ਹੈ, ਜੋ ਪਿਛਲੇ 15 ਸਾਲਾਂ ਤੋਂ ਖਾਲੀ ਪਈ ਹੈ। ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਡੌਨ ਮੁਤਾਬਿਕ ਇਹ ਇਮਾਰਤ ਹੁਣ ਬਾਜ਼ਾਰ ਵਿੱਚ ਹੈ। ਵਿਕਰੀ ਲਈ ਬਕਾਇਆ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਦੂਤ ਘਰ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਸਤਾਵਿਤ ਵਿਕਰੀ ਦਾ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਹੈ ਅਤੇ ਕਈ ਬੋਲੀਆਂ ਵੀ ਪ੍ਰਾਪਤ ਹੋਈਆਂ ਨੇ। ਦੂਤ ਘਰ ਨੇ ਕਿਹਾ ਕਿ ਉਹ ਮੁਲਾਂਕਣ ਕਰਨ ਵਾਲੇ ਨਾਲ ਸਲਾਹ ਕਰ ਰਹੇ ਨੇ ਕਿ ਉਹਨਾਂ ਲਈ ਸਭ ਤੋਂ ਵਧੀਆ ਕੀ ਹੈ। ਰਿਪੋਰਟ ਮੁਤਾਬਿਕ ਸਾਬਕਾ ਰਾਜਦੂਤ ਸਾਰੀਆਂ ਖਾਲੀ ਇਮਾਰਤਾਂ ਨੂੰ ਨਿੱਜੀ ਤੌਰ ਤੇ ਵੇਚਣ ਦੇ ਪੱਖ ਵਿੱਚ ਨੇ। ਉਹਨਾਂ ਕਿਹਾ ਕਿ ਅਸੀਂ ਇੰਨੇ ਲੰਮੇ ਸਮੇਂ ਤੱਕ ਇਹਨਾਂ ਇਮਾਰਤਾਂ ਦੀ ਸਾਂਭ ਸੰਭਾਲ ਵਿੱਚ ਪਹਿਲਾਂ ਹੀ ਬਹੁਤ ਸਾਰਾ ਪੈਸਾ ਬਰਬਾਦ ਕਰ ਚੁੱਕੇ ਹਾਂ। ਜੇਕਰ ਅਸੀਂ ਦੇਰ ਕੀਤੀ ਤਾਂ ਇਹਨਾਂ ਨੂੰ ਵੇਚਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਇਮਾਰਤ ਵਾਸ਼ਿੰਗਟਨ ਦੇ ਵਕਾਰੀ RK ਸਟਰੀਟ ਤੇ ਸਥਿਤ ਹੈ। 1950 ਤੋਂ 2000 ਤੱਕ ਇਹ ਦੂਤ ਘਰ ਦਾ ਰੱਖਿਆ ਬਲਾਕ ਸੀ। ਭਾਰਤ ਸਰਕਾਰ ਵੱਲੋਂ 2014 ਵਿੱਚ ਪਵਿੱਤਰ ਨਦੀ ਗੰਗਾ ਨੂੰ ਸਾਫ਼ ਕਰਨ ਸੰਬੰਧੀ ਚਲਾਏ ਜਾਣ ਵਾਲੇ ਪ੍ਰੋਜੈਕਟ ਨਮਾਮੀ ਗੰਗੇ ਦਾ ਦੁਨੀਆ ਵਿੱਚ ਡੰਕਾ ਵੱਜ ਰਿਹਾ ਹੈ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਨੇ ਨਮਾਮੀ ਗੰਗੇ ਪ੍ਰੋਜੈਕਟ ਨੂੰ 10 ਬੇਮਿਸਾਲ ਕੋਸ਼ਿਸ਼ਾਂ ਵਿੱਚ ਸ਼ਾਮਿਲ ਕੀਤਾ, ਜਿਨ੍ਹਾਂ ਕੁਦਰਤੀ ਦੁਨੀਆ ਨੂੰ ਬਹਾਲ ਕਰਨ ਸੰਬੰਧੀ ਅਹਿਮ ਕਿਰਦਾਰ ਨਿਭਾਇਆ। ਉੱਥੇ ਇਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਜੈਵ ਵਿਭਿੰਨਤਾ ਸੰਮੇਲਨ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਗਈ। ਸੰਯੁਕਤ ਰਾਸ਼ਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੰਗਾ ਨਦੀ ਮੁੜ ਸੁਰਜੀਤ ਪ੍ਰੋਜੈਕਟ ਵਿੱਚ ਗੰਗਾ ਦੇ ਮੈਦਾਨੀ ਇਲਾਕਿਆਂ ਦੀ ਸਿਹਤ ਬਹਾਲ ਕਰਨ, ਪ੍ਰਦੂਸ਼ਣ ਘੱਟ ਕਰਨ, ਜੰਗਲੀ ਖੇਤਰ ਦੀ ਮੁੜ ਉਸਾਰੀ ਕਰਨ ਅਤੇ ਇਸ ਦੇ ਵਿਸ਼ਾਲ ਫੁੱਟ ਹਿਲਜ਼ ਇਲਾਕਿਆਂ ਦੇ ਨੇੜੇ ਤੇੜੇ ਰਹਿ ਰਹੇ 52 ਕਰੋੜ ਲੋਕਾਂ ਨੂੰ ਵਿਆਪਕ ਲਾਭ ਪਹੁੰਚਾਉਣ ਲਈ ਅਹਿਮ ਹੈ। ਨਮਾਮੀ ਗੰਗੇ ਪ੍ਰੋਜੈਕਟ ਨੂੰ ਸੰਯੁਕਤ ਰਾਸ਼ਟਰ ਦੀ ਮਾਨਤਾ ਮਿਲਣ ਤੋਂ ਬਾਅਦ ਗੰਗਾ ਨਦੀ ਦੀ ਰੱਖਿਆ ਅਤੇ ਉਸ ਦੀ ਜੈਵ ਵਿਭਿੰਨਤਾ ਨੂੰ ਬਚਾਉਣ ਲਈ ਸਮਰਪਿਤ ਪ੍ਰਮੋਸ਼ਨ, ਕੰਸਲਟੈਂਸੀ ਅਤੇ ਡੋਨੇਸ਼ਨ ਪ੍ਰਾਪਤ ਹੋ ਸਕੇਗੀ। ਰਿਪੋਰਟ ਵਿੱਚ ਕਿਹਾ ਗਿਆ ਕਿ ਜਲਵਾਯੂ ਤਬਦੀਲੀ, ਆਬਾਦੀ ਵਿੱਚ ਵਾਧਾ, ਪ੍ਰਦੂਸ਼ਣ ਵਿੱਚ ਵਾਧਾ, ਉਦਯੋਗੀਕਰਨ ਅਤੇ ਸਿੰਚਾਈ ਨੇ ਹਿਮਾਲਿਆ ਤੋਂ ਬੰਗਾਲ ਦੀ ਖਾੜੀ ਤੱਕ 2525 ਕਿਲੋਮੀਟਰ ਤੱਕ ਫੈਲੇ ਗੰਗਾ ਖੇਤਰ ਦਾ ਬਹੁਤ ਨੁਕਸਾਨ ਕੀਤਾ ਹੈ। ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ NHS ਨਾਲ ਜੁੜੇ 1 ਲੱਖ ਤੋਂ ਜ਼ਿਆਦਾ ਨਰਸਿੰਗ ਵਰਕਰ ਹੜਤਾਲ ਤੇ ਚਲੇ ਗਏ ਨੇ। NHS ਦੇ 74 ਸਾਲਾਂ ਦੇ ਇਤਿਹਾਸ ਅਤੇ ਬ੍ਰਿਟਿਸ਼ ਨਰਸਿੰਗ ਯੂਨੀਅਨ ਦੇ 106 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਹੜਤਾਲ ਹੋਈ ਹੈ। ਹੜਤਾਲ ਦੀ ਅਗਵਾਈ ਕਰ ਰਹੇ ਰਾਇਲ ਕਾਲਜ ਆਫ ਨਰਸਿੰਗ ਦੇ ਮੁਖੀ ਪੈਟ ਕੋਲੇਨ ਨੇ ਕਿਹਾ ਕਿ ਇਹ ਦੁਖਦਾਈ ਦਿਨ ਹੈ। ਕੋਈ ਵੀ ਨਰਸਿੰਗ ਵਰਕਰ ਹੜਤਾਲ ਤੇ ਨਹੀਂ ਜਾਣਾ ਚਾਹੀਦਾ। ਸਰਕਾਰ ਨੇ ਉਹਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਇਸ ਦੇ ਨਾਲ ਹੀ ਬ੍ਰਿਟੇਨ ਦੇ PM ਸੁਨਕ ਹੜਤਾਲ ਖਿਲਾਫ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੇ ਨੇ। ਕੋਲੇਨ ਦੇ ਅਨੁਸਾਰ ਇੱਕ ਦਹਾਕੇ ਵਿੱਚ ਨਰਸਿੰਗ ਵਰਕਰਾਂ ਦੀਆਂ ਤਨਖਾਹਾਂ ਵਿੱਚ ਦਹਾਕੇ ਵਿੱਚ ਵਾਧਾ ਕਰਨ ਦੀ ਬਜਾਏ ਕਟੌਤੀ ਕੀਤੀ ਗਈ ਹੈ। ਟੈਕਸ ਅਤੇ ਮਹਿੰਗਾਈ ਦੇ ਬੋਝ ਹੇਠ ਜਿਉਣਾ ਨਰਸਿੰਗ ਵਰਕਰਾਂ ਲਈ ਚੁਣੌਤੀ ਬਣ ਗਿਆ ਹੈ। ਨਰਸਿੰਗ ਵਰਕਰ 19% ਤਨਖਾਹ ਵਾਧੇ ਦੀ ਮੰਗ ਕਰ ਰਹੇ ਨੇ। ਸਰਕਾਰ ਸਿਰਫ 5% ਤੇ ਅੜੀ ਹੋਈ ਹੈ। ਹੜਤਾਲ ਕਾਰਨ 76 ਤੋਂ ਵੱਧ ਹਸਪਤਾਲਾਂ ਵਿੱਚ 70,000 ਤੋਂ ਵੱਧ ਮਰੀਜ਼ਾਂ ਦੀ ਡਾਕਟਰ ਨਾਲ ਮਿਲਣ ਦਾ ਸਮਾਂ ਰੱਦ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਸਟੀਵ ਬਾਰਕਲੇ ਨੇ ਕਿਹਾ ਕਿ ਹੜਤਾਲ ਗਲਤ ਹੈ। ਗੱਲਬਾਤ ਲਈ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ। ਉਹਨਾਂ ਕਿਹਾ ਕਿ ਉਹ ਸਰਕਾਰ, ਫੌਜ ਅਤੇ ਹੋਰ ਅਦਾਰਿਆਂ ਨਾਲ ਲਗਾਤਾਰ ਸੰਪਰਕ ਵਿੱਚ ਨੇ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ। ਬ੍ਰਿਟਿਸ਼ ਸਰਕਾਰ ਇੱਕੋ ਸਮੇਂ ਕਈ ਹੜਤਾਲਾਂ ਨਾਲ ਜੂਝ ਰਹੀ ਹੈ। ਨਰਸਿੰਗ ਵਰਕਰਾਂ ਤੋਂ ਪਹਿਲਾਂ ਰੇਲਵੇ ਅਤੇ ਡਾਕ ਕਰਮਚਾਰੀਆਂ ਦੀ ਵੀ ਹੜਤਾਲ ਸੀ। ਬ੍ਰਿਟੇਨ ਵਿੱਚ ਸਿਰਫ 1 ਸਾਲ ਵਿੱਚ ਮਹਿੰਗਾਈ 10% ਤੋਂ ਵੱਧ ਗਈ ਹੈ, ਪਰ ਤਨਖਾਹ ਵਿੱਚ ਵਾਧਾ ਸਿਰਫ 4% ਜਾਂ ਘੱਟ ਹੋਇਆ ਹੈ। ਇਸੇ ਕਾਰਨ ਮੁਲਾਜ਼ਮਾਂ ਤੇ ਮਾਲਕਾਂ ਵਿਚਾਲੇ ਤਕਰਾਰ ਦਾ ਮਾਹੌਲ ਬਣਿਆ ਹੋਇਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਉਹ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਲਈ ਹੜਤਾਲ ਵਿਰੋਧੀ ਕਾਨੂੰਨ ਪੇਸ਼ ਕਰਨ ਤੇ ਵਿਚਾਰ ਕਰ ਰਹੇ ਨੇ। ਉਮੀਦ ਹੈ ਕਿ ਯੂਨੀਅਨ ਆਗੂ ਸਮਝਣਗੇ ਕਿ ਕ੍ਰਿਸਮਸ ਤੋਂ ਠੀਕ ਪਹਿਲਾਂ ਅਜਿਹਾ ਹੰਗਾਮਾ ਕਰਨਾ ਗਲਤ ਹੈ, ਜਦਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਿਰਪੱਖ ਢੰਗ ਨਾਲ ਮੰਨਣ ਲਈ ਤਿਆਰ ਹੈ। ਸਰਕਾਰ ਨੇ ਕਿਹਾ ਕਿ ਸਰਕਾਰ ਤਨਖਾਹਾਂ ਵਿੱਚ ਇੰਨੇ ਵੱਡੇ ਵਾਧੇ ਦਾ ਬੋਝ ਨਹੀਂ ਚੱਲ ਸਕਦੀ। ਸਰਕਾਰ ਨੇ ਮਾਮੂਲੀ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਰਾਇਲ ਕਾਲਜ ਆਫ ਨਰਸਿੰਗ ਦੇ ਜਨਰਲ ਸਕੱਤਰ ਪੈਟ ਕਲੇਨ ਨੇ ਹੜਤਾਲਾਂ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਅਸੀਂ ਮਰੀਜ਼ਾਂ ਦੀ ਸੇਵਾ ਕਰਨ ਲਈ ਹਮੇਸ਼ਾ ਵਚਨਬੱਧ ਹਾਂ ਅਤੇ ਰਹਾਂਗੇ। ਯੂਨੀਅਨ ਨੇ ਆਪਣੇ 3 ਲੱਖ ਤੋਂ ਵੱਧ ਮੈਂਬਰਾਂ ਦੀ ਵੋਟ ਤੋਂ ਬਾਅਦ ਹੜਤਾਲ ਕਰਨ ਦਾ ਫੈਸਲਾ ਕੀਤਾ, ਜੋ ਕਿ ਸਿਹਤ ਸੰਭਾਲ ਕਰਮਚਾਰੀਆਂ ਦਾ ਲਗਭਗ ਤੀਜਾ ਹਿੱਸਾ ਬਣਦਾ ਹੈ। ਨਰਸਾਂ 20 ਦਸੰਬਰ ਨੂੰ ਦੁਬਾਰਾ ਹੜਤਾਲ ਕਰਨ ਦੀ ਯੋਜਨਾ ਬਣਾ ਰਹੀਆਂ ਨੇ, ਜਦੋਂ ਕਿ ਐਂਬੂਲੈਂਸ ਸੇਵਾ 21 ਦਸੰਬਰ ਅਤੇ 28 ਦਸੰਬਰ ਨੂੰ ਬੰਦ ਰਹੇਗੀ।
ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਵੀਰਵਾਰ ਨੂੰ ਉਸ ਦੀ ਹਵਾਲਗੀ ਵਿਰੁੱਧ ਕਾਨੂੰਨੀ ਲੜਾਈ ਵਿੱਚ ਇੱਕ ਹੋਰ ਝਟਕਾ ਲੱਗਾ ਜਦੋਂ ਲੰਡਨ ਸਥਿਤ ਹਾਈ ਕੋਰਟ ਨੇ ਉਸ ਦੀ ਹਵਾਲਗੀ ਦੇ ਹੁਕਮ ਵਿਰੁੱਧ ਬ੍ਰਿਟੇਨ ਦੀ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਨੀਰਵ ਮੋਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਵਿੱਚ ਲੋੜੀਂਦਾ ਹੈ। ਲੰਡਨ ਵਿੱਚ ਰਾਇਲ ਕੋਰਟ ਆਫ ਜਸਟਿਸ ਵਿੱਚ ਜਸਟਿਸ ਜੇਰੇਮੀ ਸਟੂਅਰਟ ਸਮਿਥ ਅਤੇ ਜਸਟਿਸ ਰੋਬਰਟ ਜੇ ਨੇ ਫੈਸਲਾ ਸੁਣਾਇਆ ਕਿ ਅਪੀਲਕਰਤਾ ਨੀਰਵ ਮੋਦੀ ਦੀ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਅਰਜ਼ੀ ਖਾਰਜ ਕਰ ਦਿੱਤੀ ਜਾਂਦੀ ਹੈ। ਪਿਛਲੇ ਮਹੀਨੇ 51 ਸਾਲਾ ਹੀਰਾ ਵਪਾਰੀ ਦੀ ਮਾਨਸਿਕ ਸਿਹਤ ਦੇ ਆਧਾਰ ਤੇ ਦਾਇਰ ਕੀਤੀ ਗਈ ਅਪੀਲ ਖਾਰਜ ਕੀਤੀ ਗਈ ਸੀ। ਅਦਾਲਤ ਨੇ ਮਨੋਵਿਗਿਆਨਿਕ ਮਾਹਿਰਾਂ ਦੇ ਬਿਆਨ ਦੇ ਆਧਾਰ ਤੇ ਕਿਹਾ ਸੀ ਕਿ ਉਸ ਨੂੰ ਨਹੀਂ ਲੱਗਦਾ ਕਿ ਨੀਰਵ ਦੀ ਮਾਨਸਿਕ ਸਥਿਤੀ ਅਸਥਿਰ ਹੈ ਅਤੇ ਉਸ ਦੇ ਖੁਦਕੁਸ਼ੀ ਦਾ ਖਤਰਾ ਇੰਨਾ ਜ਼ਿਆਦਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ $2 ਅਰਬ ਦੇ ਕਰਜ਼ਾ ਘੁਟਾਲੇ ਦੇ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਸ ਨੂੰ ਭਾਰਤ ਹਵਾਲੇ ਕਰਨਾ ਇੱਕ ਬੇਇਨਸਾਫੀ ਅਤੇ ਦਮਨਕਾਰੀ ਕਦਮ ਸਾਬਿਤ ਹੋਵੇਗਾ। ਨੀਰਵ ਮੋਦੀ ਮਾਰਚ 2019 ਵਿੱਚ ਹਵਾਲਗੀ ਵਾਰੰਟ ਤੇ ਗ੍ਰਿਫਤਾਰੀ ਤੋਂ ਬਾਅਦ ਲੰਡਨ ਦੀ ਵੈਡਸਵਰਥ ਜੇਲ੍ਹ ਵਿੱਚ ਬੰਦ ਹੈ। ਬ੍ਰਿਟੇਨ ਵਿੱਚ ਇੱਕ ਭਾਰਤੀ ਲੈਕਚਰਰ ਨੇ ਯੂਨੀਵਰਸਿਟੀ ਆਫ ਪੋਰਟਸਮਾਊਥ ਖਿਲਾਫ ਦਾਇਰ ਨਸਲੀ ਵਿਤਕਰੇ ਦਾ ਕੇਸ ਜਿੱਤ ਲਿਆ ਹੈ। ਡਾਕਟਰ ਕਾਜਲ ਸ਼ਰਮਾ ਨੂੰ ਜਨਵਰੀ 2016 ਵਿੱਚ 5 ਸਾਲ ਦੀ ਮਿਆਦ ਲਈ ਯੂਨੀਵਰਸਿਟੀ ਦੇ ਆਰਗੇਨਾਈਜੇਸ਼ਨਲ ਸਟੱਡੀਜ਼ ਐਂਡ ਹਿਊਮਨ ਰਿਸੋਰਸ ਮੈਨੇਜਮੈਂਟ ਵਿਭਾਗ ਦੇ ਐਸੋਸੀਏਟ ਹੈੱਡ ਨਿਯੁਕਤ ਕੀਤਾ ਗਿਆ ਸੀ। 5 ਸਾਲ ਬਾਅਦ ਉਹਨਾਂ ਕੋਲ ਇਸ ਅਹੁਦੇ ਲਈ ਦੁਬਾਰਾ ਅਪਲਾਈ ਕਰਨ ਦਾ ਵਿਕਲਪ ਸੀ। ਹਾਲਾਂਕਿ ਜਦੋਂ ਉਹ ਇਸ ਅਹੁਦੇ ਲਈ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉਹਨਾਂ ਨੇ ਨਵੰਬਰ 2020 ਵਿੱਚ ਯੂਨੀਵਰਸਿਟੀ ਦੀ ਸ਼ਿਕਾਇਤ ਪ੍ਰਕਿਰਿਆ ਦੇ ਤਹਿਤ ਸ਼ਿਕਾਇਤ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਨਾਲ ਬ੍ਰਿਟੇਨ ਦੇ ਸਮਾਨਤਾ ਐਕਟ 2010 ਦੇ ਤਹਿਤ ਵਿਤਕਰਾ ਕੀਤਾ ਗਿਆ। ਇਸ ਸਾਲ 29 ਨਵੰਬਰ ਨੂੰ ਇੱਕ ਰੋਜ਼ਗਾਰ ਟ੍ਰਿਬਿਊਨਲ ਨੇ ਆਪਣੇ ਹੁਕਮ ਵਿੱਚ ਕਿਹਾ ਮੁੱਦਾਈ ਸ਼ਰਮਾ ਗੈਰ ਗੌਰੀ ਅਤੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਇੱਕ ਕਰਮਚਾਰੀ ਸੀ। ਉਹ ਇੱਕ ਖਾਸ ਭਾਰਤੀ ਲਹਿਜੇ ਨਾਲ ਬੋਲਦੀ ਹੈ। ਟ੍ਰਿਬਿਊਨਲ ਨੇ ਪਾਇਆ ਕਿ ਲੈਕਚਰਰ ਨਾਲ ਵਿਤਕਰਾ ਹੋਇਆ, ਜਿਸ ਤੋਂ ਬਾਅਦ ਉਸ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਬਾਹਰਲੇ ਇਲਾਕੇ ਵਿੱਚ ਇੱਕ ਸੈਲਾਨੀ ਕੈਂਪ ਵਾਲੀ ਥਾਂ ਤੇ ਵੀਰਵਾਰ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਿਸ ਮੁਖੀ ਸੁਫੀਆਨ ਅਬਦੁੱਲਾ ਨੇ ਦੱਸਿਆ ਕਿ ਕੁਆਲਾਲੰਪੁਰ ਤੋਂ ਕਰੀਬ 50 ਕਿਲੋਮੀਟਰ ਦੂਰ ਕੇਂਦਰੀ ਸੋਲਾਂਗੋਰ ਦੇ ਬਾਤਾਂਗ ਕਾਲੀ ਵਿੱਚ ਇੱਕ ਕੈਂਪ ਸਾਈਟ ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਮੰਨਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉੱਥੇ ਕਰੀਬ 94 ਲੋਕ ਮੌਜੂਦ ਸਨ। ਕੈਂਪ ਸਾਈਟ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਸਮਾਂ ਬਿਤਾਉਣ ਲਈ ਟੈਂਟ ਲਗਾ ਕੇ ਰਹਿੰਦੇ ਨੇ। ਅਜਿਹੇ ਸਥਾਨ ਸਥਾਨਕ ਲੋਕਾਂ ਵਿੱਚ ਕਾਫੀ ਪ੍ਰਸਿੱਧ ਨੇ। ਸੂਫੀਅਨ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ, ਜਿਸ ਵਿੱਚ ਇੱਕ 5 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਘਟਨਾ ਵਿੱਚ ਜ਼ਖਮੀ ਹੋਏ 7 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਚਾਅ ਕਰਮਚਾਰੀ ਲਗਭਗ 17 ਲੋਕਾਂ ਦੀ ਭਾਲ ਕਰ ਰਹੇ ਨੇ। ਉਹਨਾਂ ਕਿਹਾ ਕਿ ਹੋਰ 53 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਲਗਭਗ 400 ਕਰਮਚਾਰੀ ਖੋਜ ਅਤੇ ਬਚਾਓ ਕਾਰਜ ਵਿੱਚ ਲੱਗੇ ਹੋਏ ਨੇ। ਸੋਲਾਂਗੋਰ ਫਾਇਰ ਵਿਭਾਗ ਦੇ ਅਨੁਸਾਰ ਦੇਰ ਰਾਤ 2:24 ਤੇ ਘਟਨਾ ਦੀ ਸੂਚਨਾ ਮਿਲਣ ਤੋਂ ਕਰੀਬ ਅੱਧੇ ਘੰਟੇ ਬਾਅਦ ਹੀ ਫਾਇਰ ਫਾਈਟਰ ਮੌਕੇ ਤੇ ਪਹੁੰਚ ਗਏ। ਕਰੀਬ 3 ਏਕੜ ਖੇਤਰ ਵਿੱਚ ਜ਼ਮੀਨ ਖਿਸਕ ਗਈ ਹੈ। ਨਿਊਜ਼ ਏਜੰਸੀ ਬਰਨਾਮਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਜਿਸ ਵਿੱਚ ਬਚਾਅ ਕਰਮਚਾਰੀ ਤੜਕੇ ਟਾਰਚ ਦੀ ਰੋਸ਼ਨੀ ਵਿੱਚ ਮਲਬੇ ਨੂੰ ਸਾਫ਼ ਕਰਦੇ ਦਿਖਾਈ ਦਿੱਤੇ। ਉਸ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਕਰਮਚਾਰੀ ਮੌਕੇ ਤੋਂ ਬਚੇ ਹੋਏ ਲੋਕਾਂ ਨੂੰ ਨੇੜਲੇ ਪੁਲਿਸ ਸਟੇਸ਼ਨ ਲਿਜਾਂਦੇ ਹੋਏ ਦਿਖਾਈ ਦੇ ਰਹੇ ਨੇ। ਚੀਨ ਦੀ ਜ਼ੀਰੋ ਕੋਵਿਡ ਨੀਤੀ ਕਾਰਨ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਕਾਫੀ ਸੁਸਤ ਨੇ, ਜਿਸ ਕਾਰਨ ਸੂਬਾਈ ਅਤੇ ਸਥਾਨਕ ਸਰਕਾਰਾਂ ਦਾ ਮਾਲੀਆ ਘਟ ਗਿਆ ਹੈ। ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ BIS ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਚੀਨ ਵਿੱਚ ਗੈਰ ਵਿੱਤੀ ਖੇਤਰ ਦੇ ਕਰਜ਼ੇ ਦੀ ਮਾਤਰਾ $51.87 ਟ੍ਰਿਲੀਅਨ ਤੱਕ ਪਹੁੰਚ ਗਈ ਹੈ। ਇਹ ਚੀਨ ਦੇ ਕੁੱਲ ਘਰੇਲੂ ਉਤਪਾਦ GDP ਤੋਂ 295% ਜ਼ਿਆਦਾ ਹੈ। 1995 ਤੋਂ ਬਾਅਦ ਚੀਨ ਤੇ ਇੰਨਾ ਕਰਜ਼ਾ ਕਦੇ ਨਹੀਂ ਚੜ੍ਹਿਆ ਸੀ। ਬੀਜਿੰਗ ਸਥਿਤ ਥਿੰਕ ਟੈਂਕ ਨੈਸ਼ਨਲ ਇੰਸਟੀਟਿਊਸ਼ਨਸ ਫਾਰ ਫਾਈਨੈਂਸ ਐਂਡ ਡਿਵੈਲਪਮੈਂਟ ਦੇ ਅਨੁਸਾਰ 2020 ਦੇ ਅਖੀਰ ਵਿੱਚ ਚੀਨ ਤੇ ਕਰਜ਼ੇ ਦੀ ਮਾਤਰਾ ਉੱਚ ਪੱਧਰ ਤੇ ਪਹੁੰਚ ਗਈ ਸੀ। ਹੁਣ ਇਹ ਉਸ ਤੋਂ ਵੀ ਵੱਧ ਗਈ ਹੈ। ਇਸ ਇੰਸਟੀਚਿਊਟ ਦਾ ਕਹਿਣਾ ਹੈ ਕਿ ਹਾਲਾਂਕਿ ਮਹਾਮਾਰੀ ਕਰਜ਼ਾ ਵਧਣ ਦਾ ਵੱਡਾ ਕਾਰਨ ਰਹੀ ਹੈ, ਪਰ ਚੀਨ ਦੀਆਂ ਲੰਬੀ ਮਿਆਦ ਦੀਆਂ ਸੰਭਾਵਨਾਵਾਂ ਵੀ ਬਿਹਤਰ ਨਹੀਂ ਲੱਗ ਰਹੀਆਂ। ਖਦਸ਼ਾ ਹੈ ਕਿ ਘਟਦੀ ਆਬਾਦੀ ਦੇ ਨਾਲ ਸਰਕਾਰ ਤੇ ਸਮਾਜਿਕ ਸੁਰੱਖਿਆ ਦਾ ਖਰਚਾ ਵੱਧਦਾ ਜਾਵੇਗਾ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਾਰ-ਵਾਰ ਤਾਲਾਬੰਦੀ ਦਾ ਚੀਨ ਦੀ ਅਰਥ ਵਿਵਸਥਾ ਤੇ ਬੁਰਾ ਪ੍ਰਭਾਵ ਪਿਆ ਹੈ। ਇਸ ਸਾਲ ਅਪ੍ਰੈਲ ਤੋਂ ਜੂਨ ਤੱਕ ਦੀ ਤਿਮਾਹੀ ਵਿੱਚ ਚੀਨ ਦੀ ਆਰਥਿਕ ਵਿਕਾਸ ਦਰ ਸਿਰਫ 0.4% ਰਹੀ। ਆਰਥਿਕ ਮੰਦੀ ਦੇ ਵਿਚਕਾਰ ਚੀਨੀ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਨਿਵੇਸ਼ ਵਧਾ ਦਿੱਤਾ ਹੈ। ਇਸ ਦੇ ਲਈ ਉਸ ਨੂੰ ਕਰਜ਼ਾ ਵੀ ਲੈਣਾ ਪਿਆ। ਇਸ ਸਾਲ ਉਸ ਨੂੰ $57 ਬਿਲੀਅਨ ਦਾ ਨਵਾਂ ਕਰਜ਼ਾ ਲੈਣਾ ਪਵੇਗਾ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਉਹਨਾਂ ਦੀ ਸੱਤਾਧਾਰੀ ਪੋਲਿਟ ਬਿਊਰੋ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਅਗਲੇ 2 ਦਿਨਾਂ ਵਿੱਚ
ਚੀਨ ਦੀ ਖਰਾਬ ਹੋਈ ਆਰਥਿਕਤਾ ਨੂੰ ਠੀਕ ਕਰਨ ਦੀ ਯੋਜਨਾ ਬਣਾਉਣ ਲਈ ਬੈਠਕ ਕਰਨਗੇ। ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ ਜਦੋਂ ਦੇਸ਼ ਕੋਵਿਡ-19 ਸੰਕਰਮਣ ਦੇ ਵਾਧੇ ਦਾ ਸਾਹਮਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਬੀਜਿੰਗ ਅਤੇ ਕਈ ਹੋਰ ਸ਼ਹਿਰਾਂ ਵਿੱਚ ਸਖਤ ਪਾਬੰਦੀਆਂ ਦੇ ਖਿਲਾਫ ਪ੍ਰਦਰਸ਼ਨ ਹੋਏ ਸਨ, ਜਿਸ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਹੁਦਾ ਛੱਡਣ ਦੀ ਮੰਗ ਕੀਤੀ ਗਈ ਸੀ। ਚੀਨ ਵਿੱਚ ਅਜਿਹੇ ਪ੍ਰਦਰਸ਼ਨ ਪਿਛਲੇ ਦਹਾਕਿਆਂ ਵਿੱਚ ਪਹਿਲਾਂ ਕਦੇ ਨਹੀਂ ਹੋਏ। ਦਵਾਈਆਂ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਇੱਕ ਆਨਲਾਈਨ ਵਿਕਰੇਤਾ ਅਤੇ 111 ਦੇ ਸਹਿ ਸੰਸਥਾਪਕ ਅਤੇ ਕਰਮਚਾਰੀ ਚੇਅਰਮੈਨ ਗੈਂਗ ਯੂ ਨੇ ਦੱਸਿਆ ਕਿ ਨਵੰਬਰ ਦੇ ਅੰਤ ਤੋਂ ਬੁਖਾਰ ਘਟਾਉਣ ਵਾਲੇ ਉਤਪਾਦਾਂ ਅਤੇ ਸੰਬੰਧਿਤ ਦਵਾਈਆਂ ਦੇ ਆਰਡਰ ਵਿੱਚ 10 ਗੁਣਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਦਵਾਈਆਂ ਦੀ ਅਸਾਧਾਰਨ ਘਾਟ ਹੈ ਜਿਸ ਨੂੰ ਫੈਕਟਰੀਆਂ ਪੂਰਾ ਨਹੀਂ ਕਰ ਸਕਦੀਆਂ। ਅਜਿਹੀ ਸਥਿਤੀ ਦੇ ਬਾਰੇ ਵਿੱਚ ਉਹਨਾਂ ਨੂੰ ਉਮੀਦ ਹੈ ਕਿ ਇਹ ਘੱਟੋ-ਘੱਟ 3 ਜਾਂ 4 ਹਫ਼ਤਿਆਂ ਤੱਕ ਚੱਲੇਗੀ। ਚੀਨ ਵਿੱਚ ਦਵਾਈਆਂ ਦੀ ਕਮੀ ਕਾਰਨ ਸਿਹਤ ਵਿਭਾਗ ਇੰਨੀ ਦਿਨੀ ਡਗਮਗਾਇਆ ਹੋਇਆ ਹੈ। ਭਵਿੱਖ ਵਿੱਚ ਮਾਂ ਦੀ ਕੁੱਖ ਦੀ ਬਜਾਏ ਫੈਕਟਰੀ ਵਿੱਚ ਮਨੁੱਖੀ ਬੱਚੇ ਪੈਦਾ ਹੋਣਗੇ। ਵਿਗਿਆਨ ਦੇ ਖੇਤਰ ਵਿੱਚ ਇਹ ਨਵੀਂ ਖੋਜ ਕਾਫੀ ਹੈਰਾਨੀ ਕਰਨ ਵਾਲੀ ਹੈ। ਐਕਟੋਲਾਈਫ ਨਾਮ ਦੀ ਇੱਕ ਕੰਪਨੀ ਉਹਨਾਂ ਸਾਰੇ ਮਰਦਾਂ ਅਤੇ ਔਰਤਾਂ ਦੀ ਮਦਦ ਕਰਨ ਦਾ ਦਾਅਵਾ ਕਰ ਰਹੀ ਹੈ ਜੋ ਕਿਸੇ ਕਾਰਨ ਬੱਚੇ ਪੈਦਾ ਕਰਨ ਵਿੱਚ ਅਸਮਰਥ ਨੇ। ਦੁਨੀਆ ਦੀ ਪਹਿਲੀ ਨਕਲੀ ਕੁੱਖ ਦੀ ਸਹੂਲਤ ਨਾਲ ਫੈਕਟਰੀ ਵਿੱਚ ਹਰ ਸਾਲ 30,000 ਬੱਚੇ ਪੈਦਾ ਹੋਣਗੇ। ਐਕਟੋਲਾਈਫ ਦੇ ਵਿਗਿਆਨੀਆਂ ਦਾ ਇਹ ਵੀ ਦਾਅਵਾ ਹੈ ਕਿ ਜੇਕਰ ਮਾਪੇ ਚਾਹਣ ਤਾਂ ਬੱਚੇ ਦੇ ਜੀਨ ਵੀ ਬਦਲ ਸਕਦੇ ਨੇ। ਬੱਚੇ ਦੀ ਕੋਈ ਵੀ ਵਿਸ਼ੇਸ਼ਤਾ ਜਿਵੇਂ ਕਿ ਵਾਲਾਂ ਦਾ ਰੰਗ, ਅੱਖਾਂ ਦਾ ਰੰਗ, ਕੱਦ, ਬੁੱਧੀ ਅਤੇ ਚਮੜੀ ਦਾ ਰੰਗ ਜੈਨੇਟਿਕ ਤੌਰ ਤੇ 300 ਤੋਂ ਵੱਧ ਜੀਨਾਂ ਰਾਹੀਂ ਬਦਲਿਆ ਜਾ ਸਕਦਾ ਹੈ। ਐਕਟੋਲਾਈਫ ਵਿਗਿਆਨੀਆਂ ਅਤੇ ਇਸ ਪ੍ਰਤੀ ਪੂਰੀ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਵਾਲੇ ਹਾਸਿਮ ਅਲ ਗਯਾਲੀ ਨੇ ਫੇਸਬੁੱਕ ਤੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਦੁਨੀਆ ਦਾ ਪਹਿਲਾ ਨਕਲੀ ਭਰੂਣ ਕੇਂਦਰ ਦਿਖਾਇਆ ਗਿਆ ਹੈ। ਇਸ ਵਿੱਚ ਬੱਚੇ ਦਾ ਵਿਕਾਸ ਹੁੰਦੇ ਦੇਖਿਆ ਜਾ ਸਕਦਾ ਹੈ। ਐਕਟੋਲਾਈਫ ਦੀਆਂ 75 ਪ੍ਰਯੋਗਸ਼ਾਲਾਵਾਂ ਨੇ ਜਿਨ੍ਹਾਂ ਵਿੱਚ ਵੱਖ-ਵੱਖ ਉੱਚ ਗੁਣਵੱਤਾ ਵਾਲੇ ਉਪਕਰਨ ਨੇ। ਹਰੇਕ ਪ੍ਰਯੋਗਸ਼ਾਲਾ ਵਿੱਚ 400 ਗਰੋਥ ਪੌਂਡ ਹੁੰਦੇ ਨੇ ਜਿੱਥੇ ਗਰਭ ਵਾਂਗ ਹੀ ਬੱਚੇ ਪਲ ਸਕਦੇ ਨੇ। ਇੱਕ ਗਰੋਥ ਪੌਂਡ ਵਿੱਚ ਇੱਕ ਬੱਚਾ ਪਲਦਾ ਹੈ। ਹਰੇਕ ਗਰੋਥ ਪੌਂਡ ਨੂੰ ਬਿਲਕੁਲ ਉਸੇ ਤਰ੍ਹਾਂ ਤਿਆਰ ਕੀਤਾ ਗਿਆ ਹੈ ਜਿਵੇਂ ਮਾਂ ਦੀ ਕੁੱਖ ਹੁੰਦੀ ਹੈ। ਐਕਟੋਲਾਈਫ ਕੋਲ ਇੱਕ ਸਾਲ ਵਿੱਚ 30,000 ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਜਨਮ ਦੇਣ ਦੀ ਸਹੂਲੀਅਤ ਹੈ। ਵਿਗਿਆਨੀਆਂ ਮੁਤਾਬਿਕ ਨਕਲੀ ਕੁੱਖ ਵਿੱਚ ਬੱਚੇ ਮਾਂ ਦੀ ਕੁੱਖ ਵਾਂਗ ਹੀ ਸੁਰੱਖਿਅਤ ਹੋਣਗੇ। ਇਸ ਦੌਰਾਨ ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ, ਉਹਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਗਰੋਥ ਪੌਂਡ ਵਿੱਚ ਸੈਂਸਰ ਵੀ ਲੱਗੇ ਹੋਣਗੇ ਜੋ ਬੱਚੇ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਾਹ ਲੈਣ ਦੀ ਦਰ ਅਤੇ ਆਕਸੀਜਨ ਵਰਗੇ ਮਹੱਤਵਪੂਰਨ ਸੰਕੇਤਾਂ ਦੀ ਨਿਗਰਾਨੀ ਕਰਨਗੇ। ਹਰੇਕ ਪੌਡ ਜਿਸ ਵਿੱਚ ਭਰੂਣ ਵੱਧ ਰਿਹਾ ਹੋਵੇਗਾ ਉਸ ਨੂੰ ਇੱਕ ਸਕਰੀਨ ਨਾਲ ਜੋੜਿਆ ਜਾਵੇਗਾ ਜਿੱਥੇ ਕੋਈ ਵੀ ਮਾਪੇ ਆਪਣੇ ਬੱਚੇ ਦੇ ਵਿਕਾਸ ਨੂੰ ਖੁਦ ਦੇਖ ਸਕਦੇ ਨੇ। ਸੁਪਰ ਇਨੋਵੇਟਰਸ ਦੀ ਰਿਪੋਰਟ ਦੇ ਅਨੁਸਾਰ ਇਹ ਸਹੂਲੀਅਤ ਫਿਲਹਾਲ ਮੌਜੂਦ ਨਹੀਂ ਹੈ, ਪਰ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਇਸ ਸਹੂਲੀਅਤ ਦਾ ਉਦੇਸ਼ ਆਬਾਦੀ ਵਿੱਚ ਗਿਰਾਵਟ ਤੋਂ ਪੀੜਿਤ ਦੇਸ਼ਾਂ ਦੀ ਮਦਦ ਕਰਨਾ ਹੈ। 8 ਮਿੰਟ 39 ਸੈਕਿੰਡ ਦੇ ਐਨੀਮੇਸ਼ਨ ਵੀਡੀਓ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਸਹੂਲਤ ਪੂਰੀ ਤਰ੍ਹਾਂ ਨਾਲ ਨਿਵਾਉਣਯੋਗ ਊਰਜਾ ਨਾਲ ਸੰਚਾਲਿਤ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਐਕਟੋਲਾਈਫ ਸਹੂਲਤ ਲਈ ਪ੍ਰਯੋਗਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਪੌਡ ਜਾਂ ਨਕਲੀ ਕੁੱਖਾਂ ਹੋਣਗੀਆਂ। ਇਸ ਦੇ ਅੰਦਰ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਵੇਗਾ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ 29 ਦੇਸ਼ਾਂ ਵਿੱਚ 115 ਮੀਡੀਆ ਕਰਮੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਮੀਡੀਆ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ਵਿੱਚ ਯੂਕਰੇਨ ਅਤੇ ਮੈਕਸੀਕੋ ਸਭ ਤੋਂ ਉੱਪਰ ਨੇ। ਜਨੇਵਾ ਸਥਿਤ ਅਧਿਕਾਰ ਸੰਸਥਾ ਨੇ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਪ੍ਰੈਸ ਪ੍ਰਤੀਕ ਮੁਹਿੰਮ PEC ਦੇ ਅਨੁਸਾਰ ਖੇਤਰ ਦੇ ਹਿਸਾਬ ਨਾਲ ਲਾਤੀਨੀ ਅਮਰੀਕਾ 39 ਪੱਤਰਕਾਰਾਂ ਦੀ ਮੌਤ ਦੇ ਨਾਲ ਸੂਚੀ ਵਿੱਚ ਸਿਖਰ ਤੇ ਹੈ। ਇਸ ਤੋਂ ਬਾਅਦ ਯੂਰਪ ਵਿੱਚ 37, ਏਸ਼ੀਆ ਵਿੱਚ 30, ਅਫਰੀਕਾ ਵਿੱਚ 7 ਅਤੇ ਉੱਤਰੀ ਅਮਰੀਕਾ ਦੇ 2 ਪੱਤਰਕਾਰ ਮਾਰੇ ਗਏ। PEC ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਯੂਰਪ ਨੇ ਸਾਬਕਾ ਯੂਗੋਸਲਾਵੀਆ ਵਿੱਚ 1992 ਤੋਂ 1999 ਤੱਕ ਦੀਆਂ ਲੜਾਈਆਂ ਤੋਂ ਬਾਅਦ ਪੱਤਰਕਾਰਾਂ ਦੀ ਸੁਰੱਖਿਆ ਵਿੱਚ ਸਭ ਤੋਂ ਖਰਾਬ ਗਿਰਾਵਟ ਦਾ ਅਨੁਭਵ ਕੀਤਾ। 24 ਫਰਵਰੀ ਨੂੰ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 34 ਪੱਤਰਕਾਰ ਪੀੜਿਤ ਹੋਏ, ਜਿਨ੍ਹਾਂ ਵਿੱਚ 8 ਪੱਤਰਕਾਰ ਡਿਊਟੀ ਦੌਰਾਨ ਮਾਰੇ ਗਏ ਸਨ। ਮੈਕਸੀਕੋ 17 ਪੀੜਤਾਂ ਦੇ ਨਾਲ ਦੂਜੇ ਨੰਬਰ ਤੇ ਆਇਆ। ਘੱਟੋ-ਘੱਟ ਸਦੀ ਦੀ ਸ਼ੁਰੂਆਤ ਤੋਂ ਬਾਅਦ ਕਾਊਂਟਰ ਵਿੱਚ ਸਭ ਤੋਂ ਵੱਧ ਸਾਲਾਨਾ ਮੌਤਾਂ ਦੀ ਗਿਣਤੀ ਦੇ ਨਾਲ 8 ਪੀੜਤਾਂ ਨਾਲ ਤੀਜੇ ਸਥਾਨ ਤੇ ਹੈਤੀ। ਉਸ ਤੋਂ ਬਾਅਦ ਪਾਕਿਸਤਾਨ 6, ਫਿਲੀਪੀਨਜ਼ 5, ਕੋਲੰਬੀਆ 4 ਅਤੇ ਭਾਰਤ 4। ਬੰਗਲਾਦੇਸ਼, ਹੋਂਡੁਰਸ, ਇਜ਼ਰਾਈਲ, ਫਿਲਿਸਤੀਨ ਅਤੇ ਯਮਨ ਨੇ 3-3 ਮੀਡੀਆ ਕਰਮੀਆਂ ਦੀ ਮੌਤ ਦੀ ਰਿਪੋਰਟ ਕੀਤੀ। ਬ੍ਰਾਜ਼ੀਲ, ਚਾਡ, ਇਕਵਾਡੋਰ, ਮਿਆਂਮਾਰ, ਸੋਮਾਲੀਆ, ਸੀਰੀਆ ਅਤੇ ਅਮਰੀਕਾ ਵਿੱਚ 2-2 ਮੀਡੀਆ ਮੌਤਾਂ ਦਰਜ ਕੀਤੀਆਂ ਗਈਆਂ। ਮੱਧ ਅਫਰੀਕੀ ਗਣਰਾਜ, ਚਿਲੀ, ਕਾਂਗੋ, ਲੋਕਤੰਤਰੀ ਗਣਰਾਜ, ਗੁਆਟੇਮਾਲਾ, ਕਜ਼ਾਕਿਸਤਾਨ, ਕੀਨੀਆ, ਪੈਰਾਗੁਏ, ਰੂਸ, ਸਵੀਡਨ, ਤੁਰਕੀ ਅਤੇ ਵੀਅਤਨਾਮ ਵਿੱਚ ਸਿਰਫ ਇੱਕ ਪੀੜਿਤ ਦੇਸ਼ ਨੇ।
ਇਸ ਦੌਰਾਨ 2021 ਵਿੱਚ 12 ਦੇ ਮੁਕਾਬਲੇ ਇਸ ਸਾਲ ਹੁਣ ਤੱਕ ਅਫਗਾਨਿਸਤਾਨ ਵਿੱਚ ਮੀਡੀਆ ਕਰਮੀਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਕਈ ਪੱਤਰਕਾਰ ਦੇਸ਼ ਛੱਡ ਕੇ ਭੱਜ ਗਏ ਨੇ। PEC ਦੇ ਪ੍ਰਧਾਨ ਬਲੇਸ ਲੈਂਪੇਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਿਛਲੇ ਸਾਲ 79 ਪੀੜਤਾਂ ਦੇ ਮੁਕਾਬਲੇ ਮਾਰੇ ਗਏ ਪੱਤਰਕਾਰਾਂ ਦੀ ਗਿਣਤੀ ਵਿੱਚ 45% ਦਾ ਵਾਧਾ ਹੋਇਆ ਹੈ। ਇਹ ਯੂਕਰੇਨ ਵਿੱਚ ਯੁੱਧ ਕਾਰਨ ਯੂਰਪ ਵਿੱਚ 2018 ਤੋਂ ਬਾਅਦ ਸਭ ਤੋਂ ਵੱਧ ਮੌਤਾਂ ਦੀ ਸੰਖਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਪਿਛਲੇ 5 ਸਾਲ ਵਿੱਚ ਮੈਕਸੀਕੋ ਨੇ ਸਭ ਤੋਂ ਵੱਧ ਪੀੜਤਾਂ ਦੀ ਗਿਣਤੀ 69 ਦਰਜ ਕੀਤੀ। ਇਸ ਤੋਂ ਬਾਅਦ ਅਫਗਾਨਿਸਤਾਨ ਨੇ 44, ਭਾਰਤ ਨੇ 37, ਯੂਕਰੇਨ ਨੇ 36, ਪਾਕਿਸਤਾਨ ਨੇ 34, ਸੀਰੀਆ ਨੇ 24, ਫਿਲੀਪੀਨਜ਼ ਨੇ 21, ਯਮਨ ਨੇ 17, ਹੋਂਡੁਰਸ ਨੇ 13, ਸੋਮਾਲੀਆ ਨੇ 13, ਬ੍ਰਾਜ਼ੀਲ ਨੇ 12 ਅਤੇ ਹੈਤੀ ਨੇ 11 ਪੀੜਤ ਦਰਜ ਕੀਤੇ। PEC ਦੇ ਅੰਕੜੇ ਅਨੁਸਾਰ 2013 ਤੋਂ 2022 ਤੱਕ 1135 ਪੱਤਰਕਾਰ ਮਾਰੇ ਗਏ ਜਾਂ 113 ਪ੍ਰਤੀ ਸਾਲ 2.2 ਪ੍ਰਤੀ ਹਫ਼ਤੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਬਸਕ੍ਰਾਈਬ ਕਰੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।